हेलो फ्रेंड्स, ਅੱਜ ਅਸੀਂ CRPC ਦੇ ਚੈਪਟਰ 6 ਪਾਰਟ B ਵਾਰੰਟ ਆਫ ਅਰੈਸਟ ਦੇ ਵਿੱਚ ਸੈਕਸ਼ਨ 76 ਤੋਂ ਲੈ ਕੇ 81 ਤੱਕ ਪੜਾਂਗੇ। ਹਾਂਜੀ, ਤਾਂ ਸੈਕਸ਼ਨ 76 ਸਾਡਾ 76 ਪਰਸਨ ਅਰੈਸਟਡ ਟੂ ਬੀ ਬ੍ਰੌਟ ਬਿਫੋਰ ਕੋਰਟ ਵਿਦਆਊਟ ਡਿਲੇ। ਕੋਈ ਵੀ ਵਿਅਕਤੀ ਜਦੋਂ ਫੜਿਆ ਜਾਂਦਾ ਹੈਗਾ ਅਰੈਸਟ ਵਾਰੰਟ ਦੇ ਤਹਿਤ ਤਾਂ ਉਹਨੂੰ ਮੈਜਿਸਟ੍ਰੇਟ ਦੇ ਕੋਲ, ਜੱਜ ਦੇ ਕੋਲ ਜਿੰਨੀ ਜਲਦੀ ਹੋ ਸਕੇ ਉਹ ਪੇਸ਼ ਕਰਨਾ ਹੋਏਗਾ। ਹਾਂਜੀ, the police officer or other person executing a warrant of arrest shall, subject to the provision of section 71 as to security, without unnecessary delay, bring the person arrested before the court before which he is required by law to produce such person। ਹਾਂਜੀ, ਜਦੋਂ ਵੀ ਕੋਈ ਵਿਅਕਤੀ ਪੁਲਿਸ ਅਫਸਰ ਦੇ ਵੱਲੋਂ ਜਾਂ ਕਿਸੇ ਹੋਰ ਵੱਲੋਂ ਫੜਿਆ ਜਾਂਦਾ ਹੈ ਅਰੈਸਟ ਵਾਰੰਟ ਦੇ ਤਹਿਤ, ਤਾਂ ਉਸ ਨੂੰ ਜੱਜ ਦੇ ਕੋਲ ਸੈਕਸ਼ਨ 71 ਦੀਆਂ ਪ੍ਰੋਵੀਜ਼ਨਾਂ ਦੇ ਨਾਲ ਜਿਹੜਾ ਹੈਗਾ ਉਹ ਪੇਸ਼ ਕਰ ਦਿੱਤਾ ਜਾਂਦਾ ਹੈ ਜਿੰਨੀ ਜਲਦੀ ਹੋ ਸਕੇ, ਜਿਸ ਕੋਰਟ ਨੇ ਅਰੈਸਟ ਵਾਰੰਟ ਜਿਹੜੇ ਹੈਗੇ ਆ ਤਮੀਲ ਕਰਨ ਵਾਸਤੇ ਕਿਹਾ ਹੋ। ਪ੍ਰੋਵਾਈਡਡ ਦੈਟ ਸਚ ਡਿਲੇ ਸ਼ੈਲ ਨੋਟ ਇਨ ਐਨੀ ਕੇਸ ਐਕਸੀਡ 24 ਆਵਰਸ exclusive of the time necessary for the journey from the place of arrest to the magistrate's court। ਬਸ਼ਰਤੇ ਕਹਿੰਦਾ ਕਿ 24 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਪੇਸ਼ ਕਰਨਾ ਹੁੰਦਾ ਜਿੱਥੋਂ ਵਿਅਕਤੀ ਨੂੰ ਫੜਿਆ ਗਿਆ ਹੋਵੇ ਉਸ ਜਗ੍ਹਾ ਤੋਂ ਲੈ ਕੇ। ਠੀਕ ਹੈ, ਨੰਬਰ ਸੈਕਸ਼ਨ 77 ਵੇਅਰ ਵਾਰੰਟ ਮੇ ਬੀ ਐਗਜ਼ੀਕਿਊਟਡ। ਤਾਂ ਜਿਹੜਾ ਵਾਰੰਟ ਹੈਗਾ ਅਰੈਸਟ ਵਾਰੰਟ ਹੈਗਾ ਉਹ ਕਿੱਥੇ ਤਮੀਲ ਹੋ ਸਕਦਾ ਹੈ, ਕਿੱਥੋਂ ਤੱਕ ਤਮੀਲ ਹੋ ਸਕਦਾ। ਤਾਂ ਇਹਦੇ ਵਿੱਚ ਲਿਖਿਆ ਹੋਇਆ ਜੀ ਕਿ ਇਹ ਵਾਰੰਟ ਆਫ ਅਰੈਸਟ ਮੇ ਬੀ ਐਗਜ਼ੀਕਿਊਟਡ ਐਟ ਐਨੀ ਪਲੇਸ ਇਨ ਇੰਡੀਆ। ਤਾਂ ਭਾਰਤ ਦੇ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਕੇ ਇਹ ਜਿਹੜਾ ਵਾਰੰਟ ਆਫ ਅਰੈਸਟ ਹੈਗਾ ਸਾਡਾ ਗ੍ਰਿਫਤਾਰੀ ਵਾਰੰਟ ਹੈ ਤਮੀਲ ਕਰਾਇਆ ਜਾ ਸਕਦਾ ਹੈ। ਸੈਕਸ਼ਨ 78 ਹੈ ਜੀ ਸਾਡਾ ਵਾਰੰਟ ਫਾਰਵਰਡਡ ਫਾਰ ਐਗਜ਼ੀਕਿਊਸ਼ਨ ਆਊਟਸਾਈਡ ਜੂਰਿਸਡਿਕਸ਼ਨ। ਤਾਂ ਜਦੋਂ ਇਹ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਕਿਸੇ ਹੋਰ ਕੋਰਟ ਦੇ ਅਧਿਕਾਰ ਖੇਤਰ ਦੇ ਵਿੱਚ ਅਗਰ ਵਾਰੰਟ ਤਾਮੀਲ ਕਰਾਉਣਾ ਹੋਵੇ ਤਾਂ ਉੱਥੇ ਉਹ ਭੇਜਿਆ ਜਾਂਦਾ ਹੈ। ਨੰਬਰ 1 ਸਬਸੈਕਸ਼ਨ when a warrant to be executed outside the local limit or local jurisdiction of the court issuing it, such court may, instead of directing the warrant to police officer within its jurisdiction। ਤਾਂ ਇਹਦੇ ਵਿੱਚ ਦੱਸਿਆ ਗਿਆ ਸਾਨੂੰ ਬੇਰ ਐਕਟ ਵਿੱਚ ਕਿ ਜਦੋਂ ਜਿਹੜੇ ਜ਼ਿਲ੍ਹਾ ਅਧਿਕਾਰ ਖੇਤਰ ਦੇ ਕੋਰਟ ਦੇ ਵੱਲੋਂ ਸੰਬੰਧ ਜਿਹੜੇ ਜਾਰੀ ਕੀਤੇ ਜਾਂਦੇ ਹੈ, ਅਗਰ ਉਹ ਜਿਹੜੇ ਵਾਰੰਟ ਜਿਹੜੇ ਜਾਰੀ ਕੀਤੇ ਜਾਂਦੇ ਅਤੇ ਅਗਰ ਉਹ ਵਾਰੰਟ ਕਿਸੇ ਹੋਰ ਅਧਿਕਾਰ ਖੇਤਰ ਦੀ ਕੋਰਟ ਦੇ ਵਿੱਚ ਜਾਣੀ ਹੁਣ ਤਾਂ ਪੁਲਿਸ ਨੂੰ ਦੇਣ ਦੀ ਬਜਾਏ ਉਹ ਜਿਹੜੀ ਅਦਾਲਤ ਹੈਗੀ ਆ ਕੀ ਕਰੇਗੀ, ਫਾਰਵਰਡਡ ਇਟ ਬਾਈ ਪੋਸਟ ਔਰ ਅਦਰਵਾਈਜ਼ ਟੂ ਐਨੀ ਐਗਜ਼ੈਕਟਿਵ ਮੈਜਿਸਟ੍ਰੇਟ ਔਰ ਡਿਸਟ੍ਰਿਕਟ ਸੁਪਰਡੈਂਟ ਪੁਲਿਸ ਔਰ ਕਮਿਸ਼ਨਰ। ਤਾਂ ਉਹ ਪੋਸਟ ਦੇ ਥਰੂ ਜਾਂ ਕਿਸੇ ਹੋਰ ਢੰਗ ਦੇ ਨਾਲ ਉਸ ਅਧਿਕਾਰ ਖੇਤਰ ਦੇ ਕਾਰਜਕਾਰੀ ਅਧਿਕਾਰੀ ਜਾਂ ਮੁੱਖ ਕਪਤਾਨ, ਪੁਲਿਸ ਕਪਤਾਨ ਜਾਂ ਕਮਿਸ਼ਨਰ ਨੂੰ ਭੇਜ ਦਿੱਤੇ ਜਾਣਗੇ ਜਿਹਦੇ ਅਧਿਕਾਰ ਖੇਤਰ ਦੇ ਵਿੱਚ ਉਹ ਤਮੀਲ ਹੋਣੇ ਹੋਣਗੇ ਵਾਰੰਟ ਆਫ ਅਰੈਸਟ। ਲਿਮਿਟਸ ਆਫ whose jurisdiction it is to be executed and the executive magistrate or district superintendent police or commissioner shall endorse his name thereon and if practicable cause it to be executed in the manner herein provided। ਤਾਂ ਕੀ ਕਰਨਗੀਆਂ ਉਹ ਅਦਾਲਤਾਂ ਜਿਹੜੀਆਂ ਹੈਗੀਆਂ, ਜਿਹੜਾ ਮੁੱਖ ਕਪਤਾਨ ਪੁਲਿਸ ਅਫਸਰ ਦਾ ਜਾਂ ਜਿਹੜਾ ਕਮਿਸ਼ਨਰ ਹੈ ਜਾਂ ਜਿਹੜਾ ਕਾਰਜਕਾਰੀ ਅਧਿਕਾਰੀ ਹੈ ਉਹ ਇਸ ਨੂੰ ਇੰਡੋਰਸ ਕਰਨੀਆਂ, ਆਪਣੀ ਮੋਹਰ ਲਗਾਉਣੀਆਂ, ਇਹਦਾ ਪਿਟਾਂਕਨ ਕਰਨਗੀਆਂ ਔਰ ਫਿਰ ਇਸ ਦੇ ਵਿੱਚ ਜਿਸ ਤਰ੍ਹਾਂ ਤਮੀਲ ਕੀਤਾ ਜਾਂਦਾ ਹੈ ਉਹਨੂੰ ਉਹਦੀ ਕਾਰਵਾਈ ਕਰਵਾਉਣਗੀਆਂ। ਸਬਸੈਕਸ਼ਨ 2 ਕੀ ਕਹਿੰਦਾ ਜੀ? ਸਬਸੈਕਸ਼ਨ 2 ਕਹਿ ਰਿਹਾ ਦ ਕੋਰਟ ਇਸ਼ੂਇੰਗ ਅ ਵਾਰੰਟ ਅੰਡਰ ਸਬਸੈਕਸ਼ਨ 1 ਸ਼ੈਲ ਫਾਰਵਰਡ along with the warrant the substance of the information against the person to be arrested with such documents, if any, may be sufficient to enable the court acting under section 81 to decide whether bail should or should not be granted to the person। ਤੇ ਜਦੋਂ ਆਪਣੇ ਅਧਿਕਾਰ ਖੇਤਰ 'ਚੋਂ ਕੋਰਟ ਜਿਹੜੀ ਦੂਸਰੀ ਅਦਾਲਤ ਦੇ ਅਧਿਕਾਰ ਖੇਤਰ ਦੇ ਵਿੱਚ ਕੋਈ ਵਾਰੰਟ ਤਮੀਲ ਕਰਾਉਣ ਵਾਸਤੇ, ਅਰੈਸਟ ਵਾਰੰਟ ਤਮੀਲ ਕਰਾਉਣ ਵਾਸਤੇ ਭੇਜੇ ਜਾਂਦੇ ਹੈ ਤਾਂ ਉਹਦੇ ਨਾਲ ਉਹਦੇ ਜੋ ਵੀ ਕੋਈ ਕਾਗਜ਼ ਹੋਣਗੇ ਉਹ ਸਾਰੇ ਦੇ ਸਾਰੇ ਨਾਲ ਲਾਏ ਜਾਣਗੇ, ਜਿਸ ਤਰ੍ਹਾਂ ਕੋਈ FIR ਦੀ ਕਾਪੀ ਹੈ ਜਾਂ ਕੋਈ ਹੋਰ ਕੋਈ ਡਾਕੂਮੈਂਟ ਹੈਗਾ ਭੇਜੀ ਜਾਏਗੀ ਤਾਂ ਕਿ ਜਿਹੜੀ ਕੋਰਟ ਜਾਂ ਜਿਹੜੀ ਵੀ ਕੋਈ ਅਧਿਕਾਰੀ ਉਹਨੂੰ ਉੱਥੇ ਤਮੀਲ ਕਰਵਾ ਰਿਹਾ ਹੈਗਾ ਤਾਂ ਉਹਦੇ ਕੋਲ ਉਹਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਦੇ ਤਹਿਤ
ਅਤੇ ਜੇਕਰ ਉਹ ਕੋਈ ਬੇਲ ਹੋਣ ਵਾਲੀ ਹੈ ਜਾਂ ਨਹੀਂ ਹੋਣ ਵਾਲੀ ਉਹਦੇ ਅਨੁਸਾਰ ਉੱਤੇ ਆਪਣੀ ਕਾਰਵਾਈ ਕਰ ਸਕੇ। ਸੈਕਸ਼ਨ ਸਾਡਾ ਹੈਗਾ ਜੀ 79 ਵਾਰੰਟ ਡਾਇਰੈਕਟਡ ਟੂ ਪੁਲਿਸ ਆਫਿਸਰ ਫॉर ਐਗਜ਼ੀਕਿਊਸ਼ਨ ਆਊਟਸਾਈਡ ਜੂਰਿਸਡਿਕਸ਼ਨ। ਹੁਣ ਅਸੀਂ ਉੱਪਰਲੇ ਜਿਹੜਾ ਸੈਕਸ਼ਨ ਸੀ ਉਹਦੇ ਵਿੱਚ ਪੜ੍ਹਿਆ ਸੀ ਕਿ ਜਦੋਂ ਪੁਲਿਸ ਅਫਸਰ ਨੂੰ ਜਿਹੜਾ ਵਾਰੰਟ ਨਹੀਂ ਭੇਜਿਆ ਜਾਂਦਾ ਬਲਕਿ ਉੱਥੋਂ ਦੇ ਜਿਹੜੇ ਮੁੱਖ ਅਧਿਕਾਰੀ ਹੁੰਦੇ ਉਹਨਾਂ ਨੂੰ ਭੇਜਿਆ ਜਾਂਦਾ ਹੈ, ਦੂਸਰੇ ਖੇਤਰ ਦੇ ਅਧਿਕਾਰੀ। ਹੁਣ ਜਿਹੜਾ 79 ਹੈਗਾ ਸਾਡੇ ਕੋਲ 79 ਹੈਗਾ, ਇਹਦੇ ਵਿੱਚ ਕੀ ਹੈ ਕਿ ਜਦੋਂ ਜਿਹੜੇ ਕੋਰਟ ਦਾ ਅਧਿਕਾਰ ਖੇਤਰ ਬਾਹਰ ਹੈ ਪਰ ਜਦੋਂ ਪੁਲਿਸ ਅਫਸਰ ਨੂੰ ਵਾਰੰਟ ਜਿਹੜੇ ਹੈਗੇ ਦਿੱਤੇ ਜਾਂਦੇ ਆ ਤਮੀਲ ਕਰਾਉਣ ਵਾਸਤੇ। ਨੰਬਰ 1 ਹੈ ਜੀ ਸਬਸੈਕਸ਼ਨ ਵੈਨ ਏ ਵਾਰੰਟ ਡਾਇਰੈਕਟਡ ਟੂ ਏ ਪੁਲਿਸ ਆਫਿਸਰ is to be executed beyond the local jurisdiction of the court issuing the same, he shall ordinarily take it for endorsement either to an executive magistrate or to a police officer not below the rank of an in charge of a police station within the local limits of whose jurisdiction the warrant is to be executed। तो पुलिस अफसर की करेगा, पुलिस अफसर उस अरेस्ट वारंट ਨੂੰ ਲਿਜਾ ਕੇ ਦੂਸਰੇ ਅਧਿਕਾਰ ਖੇਤਰ ਦੇ ਕਾਰਜਕਾਰੀ ਅਧਿਕਾਰੀ ਕੋਲ ਲੈ ਜਾਏਗਾ ਜਾਂ ਉੱਥੋਂ ਦਾ ਜਿਹੜਾ ਕੋਈ ਪੁਲਿਸ ਅਫਸਰ ਹੋਏਗਾ ਜਿਹੜਾ ਕਿ ਰੈਂਕ ਜਿਹੜਾ ਹੈਗਾ ਉਹਦਾ ਪੁਲਿਸ ਥਾਣੇ ਦੇ ਇੰਚਾਰਜ ਦੇ ਤੱਕ ਹੋਵੇ ਉਸ ਕੋਲ ਲੈ ਕੇ ਜਾਏਗਾ ਅਤੇ ਉਸ ਨੂੰ ਉੱਥੇ ਜਿਹੜਾ ਹੈਗਾ ਉਹ ਇੰਡੋਰਸਮੈਂਟ ਕਰਵਾਏਗਾ। ਠੀਕ ਹੈ ਜੀ, ਵਿਦਿਨ ਦੀ ਜਿਸ ਦੇ ਅਧਿਕਾਰ ਖੇਤਰ ਦੇ ਵਿੱਚ ਇਹ ਏਰੀਆ ਜਾਂ ਖੇਤਰ ਜਿਹੜਾ ਪੈਂਦਾ ਹੋਵੇ ਉੱਥੇ ਜਾ ਕੇ ਕਰਵਾਏਗਾ। ਨੰਬਰ 2 ਸੱਚ ਮੈਜਿਸਟ੍ਰੇਟ ਔਰ ਪੁਲਿਸ ਆਫਿਸਰ ਸ਼ੈਲ ਇੰਡੋਰਸ ਹਿਜ਼ ਨੇਮ। ਤਾਂ ਜਿਹੜਾ ਉੱਥੋਂ ਦਾ ਜੱਜ ਹੋਏਗਾ ਜਾਂ ਜਿਹੜਾ ਕੋਈ ਅਧਿਕਾਰੀ ਹੋਏਗਾ ਪੁਲਿਸ ਅਫਸਰ ਦਾ ਉਹ ਉਸ ਜਿਹੜਾ ਵਾਰੰਟ ਹੋਏਗਾ ਉਹਦੇ ਉੱਤੇ ਆਪਣਾ ਨਾਮ ਅਤੇ ਆਪਣਾ ਨਾਮ ਲਿਖੇਗਾ। ਦੇਰ ਔਨ ਐਂਡ ਸੱਚ ਇੰਡੋਰਸਮੈਂਟ ਤੋਂ ਉਹਦਾ ਪਿਠਾਂਕਨ ਕਰੇਗਾ। ਸ਼ੈਲ ਬੀ ਸਫੀਸ਼ੀਐਂਟ ਅਥਾਰਟੀ ਟੂ ਦੀ ਪੁਲਿਸ ਆਫਿਸਰ ਟੂ ਹੋਮ ਦਾ ਵਾਰੰਟ ਇਜ਼ ਡਾਇਰੈਕਟਡ ਟੂ ਐਗਜ਼ੀਕਿਊਟ ਦੀ ਸੇਮ ਅਤੇ ਉਹਨੂੰ ਦੇ ਦਿੱਤਾ ਜਾਏਗਾ ਜਿਹੜਾ ਕਿ ਤਮੀਲ ਕਰਾਉਣ ਗਿਆ। ਐਂਡ ਦਾ ਲੋਕਲ ਪੁਲਿਸ ਸ਼ੈਲ ਇਫ ਸੋ ਰਿਕੁਆਇਰਡ ਅਸਿਸਟ ਸੱਚ ਆਫਿਸਰ ਇਨ ਹਿਜ਼ ਐਗਜ਼ੀਕਿਊਟਿੰਗ ਸੱਚ ਵਾਰੰਟ। ਅਤੇ ਜਿਹੜੀ ਉੱਥੋਂ ਦੀ ਉਸ ਅਧਿਕਾਰ ਖੇਤਰ ਦੀ ਜਿਹੜੀ ਲੋਕਲ ਪੁਲਿਸ ਹੋਏਗੀ ਉਹ ਵੀ ਇਸ ਨੂੰ ਤਮੀਲ ਕਰਾਉਣ ਵਿੱਚ ਮਦਦ ਕਰ ਸਕਦੀ ਹੈ। ਨੰਬਰ 3 ਸਬਸੈਕਸ਼ਨ 3 ਹੁਣ ਇਹਦੇ 'ਚ ਕੀ ਕਹਿੰਦਾ ਵੈਨ ਐਵਰ ਦੇਰ ਇਜ਼ ਰੀਜ਼ਨ ਟੂ ਬਿਲੀਵ ਜਦੋਂ ਕਹਿੰਦਾ ਉਹਨੂੰ ਲੱਗਦਾ ਜਿਹੜਾ ਪੁਲਿਸ ਅਫਸਰ ਗਿਆ ਹੋਇਆ ਉੱਥੇ ਤਮੀਲ ਕਰਾਉਣ ਵਾਸਤੇ that the delay occasioned by obtaining the endorsement of the magistrate or police officer within whose local jurisdiction the warrant is to be executed will prevent such execution, the police officer to whom it is directed may execute the same without such endorsement in any place beyond the local jurisdiction of the court which issued it। तो जो दूसरे अधिकार खेत्र में पुलिस अफसर जाता है उत्थे तमील कराने वास्ते तो उन्होंने लगता कि जेकर मैं मजिस्ट्रेट को या किसी होर पुलिस ऑफिसर को यदि इंडोर्समेंट या इनू पिठांकन कराने जाऊँगा तो इतने टाइम लग सकता है तो इनू इस तो बिना भी जोड़ा है एग्जीक्यूट तमील कर सकता है। उन्होंने जी सैक्शन 80 साढ़े को प्रोसीजर ऑन अरेस्ट ऑफ परसन अगेंस्ट होम वारंट इशू तो वो व्यक्ति जो अरेस्ट हो जाता जिहदे खिलाफ जोड़ा है वारंट गिरफ्तारी जोड़ा है तमील कर लिखा गया तो वह की कार्रवाई होगी। When a warrant of arrest is executed outside the district in which it was issued, the person arrested shall, unless the court which issued the warrant is within is 30 kilometers of the place of arrest or nearer the executive magistrate or district superintendent of commissioner of police within the local limits of whose jurisdiction the arrest was made, or unless security is taken under section 71 be taken before such magistrate or district superintendent or commissioner। हाँ जी, तो जिथे कहना व्यक्ति जो फड़ लिया जाता है गिरफ्तार कर लिया जाता दूसरे अधिकार खेत्र तो उतों के जोड़ा भी कोई 30 किलोमीटर की रेंज के उस 30 किलोमीटर के एरिए के जोड़ा भी कोई एग्जैक्टिव मजिस्ट्रेट होएगा या कोई कमिश्नर पुलिस होएगा या मुख्य कप्तान पुलिस होएगा तो वो को जाके सैक्शन 71 दी प्रोविजनस जो है उस दे नाल जिहड़ा हैगा उन्होंने गिरफ्तारी पाई जाएगी पेश किया जाएगा। सैक्शन 81 की धारा 81 प्रोसीजर बाय मजिस्ट्रेट बिफोर whom such person arrested is brought। तो हुण उत्थे की कार्रवाई होगी जो जज के सामने जिहड़ा अरेस्ट वारंट दूसरे अधिकार खेत्र के जिहड़ा फड़ के उन्होंने पेश किया गया उस की होएगा। नंबर 1 द एग्जैक्टिव मजिस्ट्रेट और द डिस्ट्रिक्ट सुपरिटेंडेंट पुलिस और कमिश्नर ऑफ पुलिस शैल if the person arrested appears to the person
instead by the court which issued the warrant direct his removal in custody to such court। ਤੇ ਜਦੋਂ ਵੀ ਕਿਸੇ ਕਾਰਜਕਾਰੀ ਅਧਿਕਾਰੀ ਜਾਂ ਮੁੱਖ ਕਪਤਾਨ ਪੁਲਿਸ ਜਾਂ ਕਮਿਸ਼ਨਰ ਪੁਲਿਸ ਦੇ ਕੋਲ ਉਸ ਵਿਅਕਤੀ ਨੂੰ ਪੇਸ਼ ਕੀਤਾ ਜਾਏਗਾ ਜਿਹੜੇ ਕਿ ਦੂਸਰੇ ਅਧਿਕਾਰ ਖੇਤਰ ਦੇ ਹੈ, ਤਾਂ ਉਹ ਉਹਨੂੰ ਜਿੰਨੀ ਜਲਦੀ ਹੋ ਸਕੇਗਾ ਜਿਸ ਅਦਾਲਤ ਨੇ ਉਹਦੇ ਜਿਹੜੇ ਅਰੈਸਟ ਵਾਰੰਟ ਇਸ਼ੂ ਕੀਤੇ ਹੋਏ ਉਹਨੂੰ ਉੱਥੇ ਭੇਜ ਦੇਗਾ। ਬਸ਼ਰਤੇ ਕਹਿੰਦਾ ਇਫ ਦਾ offence is bailable, ਤਾਂ ਜਿੱਥੇ ਜ਼ਮਾਨਤੀ ਜਿਹੜੇ offence ਹੈਗੇ ਜ਼ਮਾਨਤ ਵਾਲੇ ਨੇ, and such person is ready and willing to give bail to the satisfaction of such magistrate, district superintendent of police or commissioner, or a direction has been endorsed under section 71 on the warrant, and such person is ready and willing to give the security required by such direction, the magistrate, district superintendent police, commissioner shall take such bail or security as the case may be and forward the account to the court which issued the warrant। ਤਾਂ ਕਹਿੰਦਾ ਬਸ਼ਰਤੇ, ਪਰ ਕਹਿੰਦਾ ਇਹ ਵੀ ਹੈਗਾ ਵਾ, ਇਹ ਵੀ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਅਗਰ ਉਹ ਵਿਅਕਤੀ ਜਿਹੜਾ ਕਿ ਫੜਿਆ ਗਿਆ ਹੈਗਾ ਉਹਦਾ ਜਿਹੜੇ ਉਹਦੇ ਅਫੈਂਸ ਹੈਗੇ ਆ ਉਹ ਬੇਲੇਬਲ ਹੈ, ਜ਼ਮਾਨਤੀ ਨੇ, ਤਾਂ ਉਹਦੇ ਵਿੱਚ ਜਿਹੜੀਆਂ ਇਹ ਮੁੱਖ ਕਪਤਾਨ ਹੈਗਾ ਪੁਲਿਸ ਕਮਿਸ਼ਨਰ ਦਾ ਜਾਂ ਕਾਰਜਕਾਰੀ ਅਧਿਕਾਰੀ ਹੈ ਜਾਂ ਕਮਿਸ਼ਨਰ ਆਫ ਪੁਲਿਸ ਹੈਗਾ, ਤਾਂ ਉਹਦੀ ਜਿਹੜੀ ਉਹ ਬੇਲ ਜਾਂ ਜਿਹੜੇ ਉਹਦੇ ਬੌਂਡ ਹੈਗੇ ਆ ਉਹ ਭਰਵਾ ਸਕਦਾ ਸੈਕਸ਼ਨ 71 ਦੇ ਤਹਿਤ, ਅਤੇ ਨਾਲ ਹੀ ਉਹਨੂੰ ਉਹਦੇ ਕੋਲੋਂ ਜਿਹੜੇ ਬੌਂਡ ਭਰਵਾ ਸਕਦਾ ਹੈਗਾ ਜਾਂ ਉਹਦੇ ਕੋਲ ਕੁਝ ਸਿਕਿਉਰਿਟੀ ਲੈ ਸਕਦਾ। ਅਤੇ ਇਹ ਜੋ ਵੀ ਬੌਂਡ ਹੋਏਗਾ ਇਹ ਜਿਸ ਕੋਰਟ ਨੇ ਇਹਨੂੰ ਜਾਰੀ ਕੀਤੇ ਹੈਗੇ ਆ ਵਾਰੰਟ ਗ੍ਰਿਫਤਾਰੀ ਉਹਨੂੰ ਉਹ ਵਾਪਸ ਭੇਜ ਦੇਵੇਗਾ। ਅੱਗੇ ਕਹਿੰਦਾ ਜੀ ਪ੍ਰੋਵਾਈਡਡ ਫਰਦਰ ਦੈਟ ਇਫ ਦਾ offence is non bailable, 1 it shall be lawful for the chief judicial magistrate under section 437 or the session judge of the district in which the arrest is made on consideration of the information and documents referred to in subsection 2 of section 78 to release such person on bail। ਹਾਂਜੀ, ਜਿੱਥੇ ਉਹਨੂੰ ਲੱਗਦਾ ਕਿ ਜਿਹੜਾ ਨੋਨ ਬੇਲੇਬਲ ਅਫੈਂਸ ਹੈਗਾ ਵਾ, ਗੈਰ ਜ਼ਮਾਨਤੀ ਜਿਹੜਾ ਅਫੈਂਸ ਹੈਗਾ, ਤਾਂ ਉੱਥੇ ਉਸ ਜ਼ਿਲ੍ਹੇ ਦੇ ਜਿਸ ਅਧਿਕਾਰ ਖੇਤਰ ਦੇ ਵਿੱਚ ਬੰਦਾ ਗ੍ਰਿਫਤਾਰ ਕੀਤਾ ਗਿਆ, ਤਾਂ ਉੱਥੋਂ ਦਾ ਜਿਹੜਾ ਕੋਈ ਚੀਫ ਜੁਡੀਸ਼ੀਅਲ ਜੇ ਮੁੱਖ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹੋਏਗਾ ਜਾਂ ਜਿਹੜਾ ਸੈਸ਼ਨ ਜੱਜ ਹੋਏਗਾ, ਤਾਂ ਉਹ ਉਹਦੇ ਕੋਲ ਜਦੋਂ ਪੇਸ਼ ਕਰੇਗਾ ਤਾਂ ਉਹ ਉਹਨੂੰ ਸੈਕਸ਼ਨ 78 ਦੀਆਂ ਪ੍ਰੋਵੀਜ਼ਨਸ ਦੇ ਤਹਿਤ ਬੇਲ ਵੀ ਕਰ ਸਕਦਾ ਹੈ। ਨੰਬਰ 2 nothing in this section shall be deemed to prevent a police officer from taking security under section 71। ਹਾਂਜੀ, ਸਬ ਸੈਕਸ਼ਨ 2 ਦੀ ਧਾਰਾ ਦੇ ਵਿੱਚ ਇਹ ਸਾਨੂੰ ਕਿਹਾ ਗਿਆ ਕਿ ਇਹ ਜਿਹੜਾ ਸੈਕਸ਼ਨ ਹੈਗਾ ਵਾ, ਇਹ ਕਿਸੇ ਵੀ ਤਰੀਕੇ ਦੇ ਨਾਲ ਸੈਕਸ਼ਨ ਜਿਹੜਾ 71 ਹੈਗਾ ਉਹ ਪੁਲਿਸ ਅਧਿਕਾਰੀ ਨੂੰ ਰੋਕਦਾ ਨਹੀਂ ਹੈਗਾ ਉਹਦੀ ਸਿਕਿਉਰਿਟੀ ਲੈਣ ਵਾਸਤੇ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।